ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਵੇ ਤਾਂ ਮੁਸਲਮਾਨ ਕਹਾਵੇ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮਸਾਵੇ। ਹੋਏ ਮੁਸਲਿਮ ਦੀਨ ਮਹਾਵੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਿਰ ਉਪਰ, ਕਰਤਾ ਮੰਨੇ ਆਪ ਗਵਾਵੇ। ਤਉ ਨਾਨਕ ਸਰਬ ਜੀਆਂ ਮਹਿ ਰਮਤ, ਹੋਵੇ ਤਾਂ ਮੁਸਲਮਾਨ ਕਹਾਵੇ। ਤਉ ਨਾਨਕ ਸਰਬ ਜੀਆਂ ਮੈਂ ਰਮਤ, ਹੋਵੇ ਤਾਂ ਮੁਸਲਮਾਨ ਕਹਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਹੜੀ ਆਪਾਂ ਜਪਜੀ ਸਾਹਿਬ ਵਿੱਚੋਂ ਇਹ ਤੁਕ ਲਈ ਆ ਵਿਆਖਿਆ ਦੌਰਾਨ ਮੰਨੇ ਦੀਆਂ ਪੌੜੀਆਂ ਦੀ ਵਿਆਖਿਆ ਕਰਦਿਆਂ ਹੋਇਆਂ ਕਿ ਮੰਨੇ ਧਰਮ ਸੇਤੀ ਸੰਨ ਬੰਧ। ਕਿਸ ਨੂੰ ਮੰਨਣ ਦੇ ਨਾਲ ਧਰਮ ਨਾਲ ਸੰਬੰਧ ਜੁੜਦਾ ਹੈ? ਨਾਮ ਨੂੰ ਮੰਨਣ ਦੇ ਨਾਲ। ਜੇ ਮੰਨਣੇ ਨਾਮ ਨੂੰ ਨਹੀਂ ਮੰਨਿਆ, ਫਿਰ ਧਰਮ ਨਾਲ ਸੰਬੰਧ ਨਹੀਂ ਹੋ ਸਕਦਾ। ਧਰਮ ਕਿਸ ਨੂੰ ਕਹਿੰਦੇ ਨੇ? ਰੱਬੀ ਨਿਯਮਾਂ ਨੂੰ। ਜਿਹਦਾ ਨਾਮ ਦੇ ਨਾਲ ਮਨ ਮੰਨ ਜਾਵੇ ਨਾ, ਉਹਨੂੰ ਫਿਰ ਰੱਬੀ ਨਿਯਮਾਂ ਦਾ ਭੇਦ ਹੋ ਜਾਂਦਾ ਅਤੇ ਫਿਰ ਉਹਦੇ ਮੁਤਾਬਕ ਹੀ ਉਹ ਚੱਲਦਾ ਹੈ। ਕੱਲ੍ਹ ਆਪਾਂ ਇੱਕ ਧਰਮੀ ਬੰਦੇ ਦੀ ਸਾਖੀ ਸੁਣਾਈ ਸੀ ਵੀ ਚੋਰ ਜ਼ਾਰ ਸੀ ਅਤੇ ਗੁਰੂ ਅਮਰਦਾਸ ਦੀ ਸ਼ਰਨ ਵਿੱਚ ਆਇਆ ਅਤੇ ਗੁਰੂ ਅਮਰਦਾਸ ਦੀ ਸ਼ਰਨ 'ਚ ਰਹਿੰਦਿਆਂ ਹੋਇਆਂ ਉਹਨੇ ਸੇਵਾ ਸਿਮਰਨ ਕਮਾਈ ਅਤੇ ਉਹਦੇ ਅੰਦਰ ਧਰਮ ਦੀ ਪਰਪੱਕਤਾ ਹੋ ਗਈ। ਗੁਰੂ ਅਮਰਦਾਸ ਨੇ ਆਖਿਆ, ਤੁਸੀਂ ਆਪਣੇ ਹੁਣ ਘਰ ਚਲ ਜਾਓ, ਤੁਹਾਨੂੰ ਰੱਬੀ ਅਸੂਲਾਂ ਦਾ ਪਤਾ ਲੱਗ ਗਿਆ, ਤੁਹਾਡੀ ਜ਼ਿੰਦਗੀ 'ਚ ਚੋਰੀ ਜਾਰੀ ਸਭ ਖਤਮ ਹੋ ਗਈ ਆ। ਇੱਥੇ ਚੋਰ ਜ਼ਾਰ ਜੋ ਬਦਮਾਸ਼ ਧਰਮ ਦੇ ਕੱਪੜੇ ਪਾ ਕੇ ਉਹ ਵੀ ਕਹਿੰਦਾ ਮੈਂ ਧਰਮੀ ਹਾਂ। ਉਹ ਵੀ ਜਦੋਂ ਘਰ ਗਿਆ, ਮੈਂ ਸਾਖੀ ਕੱਲ੍ਹ ਸੁਣਾ ਚੁੱਕਾ ਕਿ ਉਸਨੇ ਪਹਿਲਾਂ ਕਿਤੇ ਸਮੇਂ 'ਚ ਮੱਝ ਚੋਰੀ ਕੀਤੀ ਸੀ। ਉਹ ਫਿਰ ਜਾ ਕੇ ਭਾਈ ਮੇਰੂ ਭਾਈ ਨੌਧ ਨੂੰ ਮੱਝ ਮੋੜ ਆਇਆ ਸੀ ਵੀ ਜਦੋਂ ਮੈਂ ਚੋਰ ਸੀ ਉਦੋਂ ਮੈਂ ਚੋਰੀਆਂ ਕਰਦਾ ਸੀ, ਹੁਣ ਮੈਂ ਧਰਮੀ ਹਾਂ, ਹੁਣ ਮੈਂ ਤੇਰੀ ਮੱਝ ਨਹੀਂ ਰੱਖ ਸਕਦਾ। ਇਹ ਹੁੰਦਾ ਧਰਮ। ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ। ਗੁਰੂ ਨਾਨਕ ਸਾਹਿਬ ਪੈਰਿਆਂ ਦੇ ਅੰਦਰ ਧਰਮ ਸੇਤੀ ਵਪਾਰ ਨਾ ਕੀਤੋ। ਬੰਦਾ ਦੁਨੀਆ 'ਤੇ ਬੜੇ ਵਪਾਰ ਕਰਦਾ ਹੈ, ਪਰ ਧਰਮ ਦਾ ਵਪਾਰ ਨਹੀਂ ਕਰਦਾ, ਨਾਮ ਦਾ ਵਪਾਰ ਨਹੀਂ ਕਰਦਾ। ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਸਾਰੀ ਜ਼ਿੰਦਗੀ ਬੰਦਾ ਵਪਾਰ ਦੇ ਵਿੱਚ ਹੀ ਲੰਘਾ ਦਿੰਦਾ, ਵਪਾਰ ਹੀ ਕਰਦਾ ਹੈ। ਅਤੇ ਲੋਕ ਧਰਮ ਦੇ ਅੰਦਰ ਆਣ ਕੇ ਵੀ, ਧਰਮ ਦੇ ਕੱਪੜੇ ਪਾ ਕੇ, ਧਰਮ ਦੇ ਸਥਾਨ 'ਤੇ ਬਹਿ ਕੇ ਵੀ ਵਪਾਰ ਹੀ ਕਰਦੇ ਨੇ।
ਧਰਮ ਦੇ ਸਥਾਨ 'ਤੇ ਬੈਠ ਕੇ ਵੀ ਲੋਕੀ ਵਪਾਰ ਕਰਦੇ ਨੇ। ਕਬੀਰ ਸਾਹਿਬ ਖੱਡੀ 'ਤੇ ਬਹਿ ਕੇ ਵੀ ਧਰਮ ਕਮਾਉਂਦੇ ਨੇ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਧਰਮੀ ਬੰਦੇ ਦੀ ਨਿਸ਼ਾਨੀ ਦੱਸਣੀ ਆ। ਕਿਤੇ ਸ਼੍ਰੀ ਰਾਗ ਕੀ ਵਾਰ ਪੜ੍ਹਿਓ ਜੀ, ਉਹਦੇ ਅੰਦਰ ਮਹਾਰਾਜ ਨੇ ਇੱਕ ਧਰਮੀ ਬੰਦੇ ਦੇ ਲੱਛਣ ਦੱਸੇ ਨੇ। ਜਿੱਦਾਂ ਸਾਧੂ ਦੇ ਲੱਛਣ ਹੁੰਦੇ ਆ ਨਾ, ਮਨਮੁਖ ਮੂਰਖ ਕੇ ਕਿਆ ਲੱਛਣ ਹੈ, ਲੱਖਣ ਹੈ। ਮੂਰਖਾਂ ਦੇ ਲੱਖਣ ਹੁੰਦੇ ਨੇ, ਸਿੰਘ ਨਹੀਂ ਹੁੰਦੇ। ਉਹ ਬੰਦੇ ਹੁੰਦੇ, ਉਹ ਵੀ ਬੰਦੇ ਹੀ ਨੇ। ਗੁਰਮੁਖ ਵੀ ਬੰਦੇ ਹੁੰਦੇ ਨੇ, ਮਨਮੁਖ ਵੀ ਬੰਦੇ ਹੁੰਦੇ ਨੇ, ਪਰ ਲੱਛਣ ਵੱਖੋ ਵੱਖੋ ਰਹਿੰਦੇ ਨੇ। ਜਿੱਦਾਂ ਬਗਲਾ ਵੀ ਚਿੱਟਾ ਵਾ, ਹੰਸ ਵੀ ਚਿੱਟਾ ਵਾ, ਪਰ ਬਿਰਤੀ ਵੱਖੋ ਵੱਖਰੀ, ਸੁਭਾਅ ਵੱਖੋ ਵੱਖਰੇ ਨੇ। ਤੇ ਮੂਰਖ ਕੇ ਕਿਆ ਲੱਖਣ ਹੈ, ਗੁਰਮੁਖ ਕੇ ਕਿਆ ਲੱਛਣ ਹੈ, ਧਰਮੀ ਦੇ ਕੀ ਲੱਛਣ ਨੇ। ਬੰਦਾ ਧਰਮੀ ਆ ਕਿੱਥੋਂ ਪਹਿਚਾਨੋਗੇ? ਕੱਪੜਿਆਂ ਤੋਂ। ਕੱਪੜਿਆਂ 'ਚ ਧਰਮ ਹੁੰਦਾ ਹੀ ਨਹੀਂ ਹੈ। ਧਰਮ ਦੇ ਚਿੰਨ੍ਹਾਂ ਤੋਂ ਪਛਾਣੋਗੇ? ਨਹੀਂ, ਇਹਨਾਂ 'ਚ ਤਾਂ ਧਰਮ ਹੁੰਦਾ ਹੀ ਨਹੀਂ ਗਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਬਾਤ ਕਹੀ ਆ ਕਿ ਧਰਮੀ ਅਖਾਉਣਾ ਥੋੜ੍ਹਾ ਜਿਹਾ ਮੁਸ਼ਕਲ ਵਾ। ਮੁਸਲਮਾਨ ਕਹਾਵਣਾ ਮੁਸ਼ਕਲ। ਵੇਖੋ ਇੰਗਨੇ ਯਾਰ, ਮੇਰੇ ਵਾਸਤੇ ਉੱਥੇ ਆਉਣਾ ਮੁਸ਼ਕਲ ਵਾ। ਆਪਾਂ ਆਪ ਕਹਿੰਦੇ ਬੜੀ ਵੱਡੀ ਮੁਸ਼ਕਲ ਬਣ ਗਈ ਮੇਰੇ 'ਤੇ, ਮੁਸੀਬਤ। ਧਰਮੀ ਬਣਨਾ ਤਾਂ ਵੱਡੀ ਮੁਸੀਬਤ ਵਾ। ਦੁਨੀਆ ਧਰਮ ਨੂੰ ਮੰਨਦੇ ਹੀ ਨਹੀਂ ਹੈ, ਅਤੇ ਤੁਸੀਂ ਧਰਮ ਦੇ ਰਾਹ 'ਤੇ ਚੱਲਣਾ, ਅਤੇ ਤੁਹਾਡੇ ਵਾਸਤੇ ਤਾਂ ਧਰਮ ਮੁਸੀਬਤ ਬਣ ਜਾਏਗਾ। ਕਬੀਰ ਵਾਸਤੇ ਬਣਿਆ ਧਰਮ ਮੁਸੀਬਤ। ਮੁਸਲਮਾਨ ਕਹਾਵਣ ਮੁਸ਼ਕਲ, ਇਹ ਤਾਂ ਮੁਸੀਬਤ ਵਾ, ਇਹ ਤਾਂ ਬੜੀ ਵੱਡੀ ਮੁਸ਼ਕਲ ਵਾ ਧਰਮ। ਕਿਉਂਕਿ ਧਰਮੀ ਬੰਦਾ ਇੱਕ ਹੰਸ ਬਿਰਤੀ ਹੁੰਦਾ ਹੈ। ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ, ਤਾਂ ਜਨਮ ਨ ਪੇੜੀ। ਬਿਰਤੀ ਬਦਲ ਜਾਣੀ, ਸੁਭਾਅ ਬਦਲ ਜਾਣਾ, ਅਤੇ ਅੱਗੇ ਦੁਨੀਆ ਦੇ ਨਾਲ ਵਾਹ ਪੈਣਾ। ਉਸ ਹੋਰ ਸੁਭਾਅ ਦੀ ਦੁਨੀਆ ਅਤੇ ਧਰਮੀ ਵਾਸਤੇ ਮੁਸ਼ਕਿਲ ਬਣ ਜਾਣੀ ਹੈ। ਉਹਨਾਂ ਨੂੰ ਫਿਰ ਦੁਨੀਆ ਛੱਡ ਕੇ ਵੀ ਉਹ ਦੀਨ ਕਮਾ ਜਾਂਦੇ ਨੇ। ਕਹਿੰਦੇ ਕੋਈ ਗੱਲ ਨਹੀਂ, ਜੇ ਦੁਨੀਆ ਜਾਂਦੀ ਜਾਵੇ, ਅਸੀਂ ਇਹ ਧਰਮ ਦੇ ਰਾਹ 'ਤੇ ਚੱਲਣਾ ਹੈ। ਹਉ ਬਲਿਹਾਰੀ ਸਾਜਣਾ ਮੀਤਾਂ ਅਵਰੀਤਾਂ, ਗੁਰੂ ਨਾਨਕ ਸਾਹਿਬ ਸੋਹੀ ਮਹੱਲਾ ਪਹਿਲਾ। ਕਹਿਣ ਲੱਗੇ ਮੈਂ ਉਹਨਾਂ ਸੱਜਣਾ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਨੇ ਸੰਸਾਰ ਦੀਆਂ ਰੀਤਾਂ ਛੱਡ ਦਿੱਤੀਆਂ ਨੇ। ਅਤੇ ਸੰਸਾਰ ਦੀਆਂ ਰੀਤਾਂ ਸਾਰੀਆਂ ਆ ਧਰਮ ਵਾਲੀਆਂ ਹੁੰਦੀਆਂ ਨੇ। ਧਰਮ ਵਾਲੀ ਤਾਂ ਸੰਸਾਰ ਵਿੱਚ ਰੀਤ ਹੀ ਕੋਈ ਨਹੀਂ ਹੈ। ਆਹ ਜਿਹੜੀਆਂ ਗੁਰਦੁਆਰਿਆਂ ਦੇ ਅੰਦਰ ਰੀਤਾਂ ਕੀਤੀਆਂ ਜਾਂਦੀਆਂ, ਇਹ ਵੀ ਅਧਰਮ ਵਾਲੀਆਂ ਨੇ। ਧਰਮ ਵਾਲੀ ਰੀਤ ਇਹਨਾਂ ਵਿੱਚ ਕੋਈ ਨਹੀਂ ਹੈ। ਹਜ਼ੂਰ ਸਾਹਿਬ ਦੀ ਮਰਜ਼ਾਦਾ ਹੀ ਵੇਖ ਲਓ ਕਿੱਦਾਂ ਦੀ ਹੈ। ਸਿੱਖ ਧਰਮ ਨਾਲ ਉਹ ਮੇਲ ਹੀ ਨਹੀਂ ਖਾਂਦੀ ਮਰਜ਼ਾਦਾ ਹਜ਼ੂਰ ਸਾਹਿਬ ਦੀ। ਟੱਲੀਆਂ ਵੱਜਣੀਆਂ, ਧੂਫਾਂ ਦਿਖਾਉਣੀਆਂ, ਹਾਂਜੀ, ਆਰਤੀਆਂ ਕਰਨੀਆਂ, ਇਹ ਕੋਈ ਸਿੱਖੀ ਦੀ ਰਹੁ ਰੀਤ ਹੀ ਨਹੀਂ ਹੈ। ਅਤੇ ਸਾਹਿਬ ਕਹਿੰਦੇ ਹਉ ਬਲਿਹਾਰੀ ਸਾਜਣਾ ਮੀਤਾਂ ਅਵਰੀਤਾਂ। ਉਹਨਾਂ ਸੱਜਣਾ ਮਿੱਤਰਾਂ ਤੋਂ ਬਲਿਹਾਰ ਜਾਂਦੇ ਜਿਹੜੇ ਅਵਰੀਤ ਹੋ ਗਏ ਨੇ, ਰੀਤਾਂ ਛੱਡ ਬੈਠੇ ਨੇ। ਦੁਨੀਆ ਕੀ ਕਰਦੀ ਹੈ? ਰੀਤਾਂ ਕਰਦੀ ਹੈ। ਉਹ ਰੀਤਾਂ ਕਰਦੀ ਹੈ ਜਿਹੜੀ ਤੁਰੀਆਂ ਆਉਂਦੀਆਂ ਨੇ। ਮੈਂ ਇੱਥੇ ਕਿਹਾ, ਮੈਂ ਸੰਗਰਾਂਦ ਹੁਣ ਛੱਡੀਏ, ਸੰਗਰਾਂਦ ਸੰਗਰੂਂਦ ਦਾ ਖਿਆਲ। ਐਤਵਾਰ ਸਤਸੰਗ ਕਰ ਹੁੰਦਾ ਅਤੇ ਉਦੋਂ ਆਇਆ ਕਰੋ। ਜਿਹੜੇ ਦੋ ਪ੍ਰੇਮੀ ਆਉਂਦੇ ਨੇ ਸੰਗਰਾਂਦ 'ਤੇ, ਅਤੇ ਬੰਦ ਕਰਦੀ ਅਸੀਂ। ਉਹ ਕਹਿਣ ਲੱਗੇ ਉਹ ਬਾਬਾ ਜੀ ਇਹ ਤਾਂ ਵੱਡਿਆਂ ਵਡੇਰਿਆਂ ਤੋਂ ਚੱਲੀ ਆਉਂਦੀ ਸੰਗਰਾਂਦ ਗੁਰਦੁਆਰਿਆਂ 'ਚ ਮਨਾਉਣੀ। ਅਤੇ ਮੈਂ ਜੇ ਵੱਡੇ ਕੋ ਪੁੱਠੀ ਰੀਤ ਤੋਰ ਗਏ ਆ ਤਾਂ ਉਹਨੂੰ ਬਦਲ ਲੈਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਧਰਮ ਦੀਆਂ ਸਾਰੀਆਂ ਰੀਤਾਂ ਹੀ ਬਦਲੀਆਂ ਨੇ, ਹੋਰ ਕੀ ਹੋਇਆ ਹੈ।
ਤੇ ਮੈਂ ਜੇ ਵੱਡੇ ਵਡੇਰੇ ਪੁੱਠੀਆਂ ਰੀਤਾਂ ਕਰਦੇ ਰਹੇ ਨੇ ਤੇ ਹੁਣ ਛੱਡੋ ਖਿਆਲ, ਛੱਡੋ ਸਿਆਪਾ ਇਹਨਾਂ ਸੰਗਰਾਂਦਾ ਸੰਗਰੂੰਦਾਂ ਦਾ, ਰੱਬ ਦੇ ਰਾਹ 'ਤੇ ਤੁਰੋ। ਤੁਸੀਂ ਤੇ ਦਿਨ ਦਿਹਾੜੇ ਪਏ ਮਨਾਉਂਦੇ ਤੇ ਰੱਬ ਨੂੰ ਕਦੋਂ ਮਨਾਓਗੇ, ਗੁਰੂ ਨੂੰ ਕਦੋਂ ਮਨਾਏਗੇ? ਤੇ ਮੰਨੇ ਧਰਮ ਸੇਤੀ ਸੰਬੰਧ, ਤੇ ਨਾਮ ਨੂੰ ਕੋਈ ਮੰਨਦੇ ਨਹੀਂ, ਸੰਗਰਾਂਦ ਨੂੰ ਮੰਨਦੇ ਨੇ। ਰੱਬ ਖੈਰ ਕਰੇ। ਸਭ ਕਹਿਣ ਲੱਗੇ ਮੁਸਲਮਾਨ ਕਹਾਵਣ ਮੁਸ਼ਕਲ, ਬੰਦਿਆ ਤੂੰ ਧਰਮੀ ਬਣਨਾ ਹੈ ਤੇ ਤੇਰੇ ਵਾਸਤੇ ਤੇ ਵੱਡੀ ਮੁਸੀਬਤ ਬਣ ਜਾਣੀ ਆ, ਤੇਰਾ ਤੇ ਕਿਸੇ ਵੀ ਸਾਥ ਨਹੀਂ ਦੇਣਾ। ਮੈਂ ਪਹਿਲਾਂ ਵੀ ਕਿਹਾ ਸੀ ਕਿ ਕਬੀਰ ਵਾਸਤੇ ਮੁਸ਼ਕਲ ਬਣ ਗਈ। ਘਰ ਦੇ ਵਿਰੋਧਤਾ ਕਰਦੇ ਨੇ, ਇਹ ਕਿਹੜੇ ਰਾਹ ਪੈ ਗਿਆ? ਚੌਂਕੜੇ ਮਾਰ ਕੇ ਬਹਿ ਜਾਂਦਾ, ਰਾਮ ਰਾਮ ਜਪੀ ਜਾਂਦਾ। ਦੱਸ ਇਹ ਕਿਹੜੇ ਪੁੱਠੇ ਕੰਮ ਕਰਨ ਦਿਆ ਕਬੀਰ? ਹਮਾਰੇ ਕੁਲ ਘਰ ਦਾ ਟੱਬਰ ਸੰਗਤ, ਜਿੱਦਾਂ ਉਹ ਕਹਿਣਾ ਨੇ, ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਆਣ ਫਿਰ ਘਰ ਪਾਇਆ। ਅੱਗੇ ਸੰਗਤੀ, ਟੱਬਰ ਨੂੰ ਸੰਗਤੀ ਵੀ ਬੋਲਿਆ ਜਾਂਦਾ ਸੀ। ਕਬੀਰ ਦੀ ਪਰਿਵਾਰਨਾ ਨਹੀਂ ਬਣਦੀ। ਉਹ ਕਹਿੰਦੇ ਹਮਾਰੇ ਕੁਲ ਕੌਨੇ ਰਾਮ ਕਹਿਓ। ਤੇਰੇ ਵੱਡੇ ਵਡੇਰੇ ਹਾਂ ਜਿਹੜੇ ਤੂੰ ਚੌਂਕੜਾ ਮਾਰ ਕੇ ਰਾਮ ਰਾਮ ਕਹਿੰਦਾ, ਇਹ ਨਹੀਂ ਕਹਿੰਦੇ ਉਹ ਤਾਂ, ਤੇ ਤੂੰ ਕਿਉਂ ਕਹਿਣ ਲੱਗ ਪਿਆ ਰਾਮ ਰਾਮ? ਨਾ ਤੇਰੇ ਪਿਓ ਨੇ ਕਿਹਾ, ਨਾ ਤੇਰੇ ਦਾਦੇ ਕਿਹਾ, ਨਾ ਤੇਰੇ ਚਾਚੇ ਤਾਏ ਆਂਢ ਗੁਆਂਢ ਕੋਈ ਨਹੀਂ ਆ ਰਾਮ ਰਾਮ ਬੋਲਦਾ। ਤੂੰ ਸਾਰੀ ਦਿਹਾੜੀ ਰਾਮ ਰਾਮ ਬੋਲਦਾ। ਤੂੰ ਕਿਹੜੇ ਪੁੱਠੇ ਰਾਹ ਪੈ ਗਏ? ਮੁਸ਼ਕਲ ਮੁਸਲਮਾਨ ਕਹਾਵਣ ਮੁਸ਼ਕਲ, ਮੁਸੀਬਤ ਮੇਰੇ 'ਤੇ ਬੜੀ ਵੱਡੀ ਮੁਸ਼ਕਲ ਬਣ ਗਈ, ਮੁਸੀਬਤ ਬਣ ਗਈ। ਕਬੀਰ ਤੇ ਧਰਮ ਹੀ ਮੁਸੀਬਤ ਬਣ ਗਿਆ। ਹਮਾਰੇ ਕੁਲ ਕੌਣੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੂਤੇ। ਇਹ ਨਖਸਮੇ ਨੇ ਜਦੋਂ ਦੀ ਸਾਧੂ ਮਹਾਤਮਾ ਦੀ ਬਹਿਣੀ ਬਹਿ ਗਿਆ ਨਾ ਇਹ, ਤੇ ਉਹਨਾਂ ਕੋਲ ਮਾਲਾ ਲੈ ਆ, ਸਿਆਪਾ ਪੈ ਗਿਆ। ਜਬ ਕੀ ਮਾਲਾ ਲਈ ਨਪੂਤੇ, ਤਬ ਤੇ ਸੁੱਖ ਨਾ ਪਇਓ। ਬਸ ਉਸ ਦਿਨ ਦਾ ਸਾਡੇ ਘਰ ਵਿੱਚੋਂ ਬਰਕਤਾਂ ਮੁੱਕ ਗਈਆਂ। ਉਸ ਦਿਨ ਦੀਆਂ ਸਾਡੇ ਘਰ ਵਿੱਚੋਂ ਸੁੱਖ ਮੁੱਕ ਗਿਆ, ਜਿੱਦਣ ਦਾ ਇਹ ਬੈਠ ਕੇ ਰਾਮ ਰਾਮ ਕਹਿਣ ਲੱਗ ਪਿਆ। ਧਰਮੀ ਬੰਦੇ ਵਾਸਤੇ ਤੇ ਘਰੋਂ ਹੀ ਮੁਸੀਬਤ ਖੜੀ ਹੋ ਜਾਂਦੀ। ਦੁਨੀਆ ਨੇ ਤਾਂ ਉਹਦੀ ਵਿਰੋਧਤਾ ਕਰਨੀ ਹੈ। ਨਿਤ ਉੱਠ ਕੋਰੀ ਗਾਗਰਿਆਂ ਨੇ ਲੀਪਤ ਜੀਓ ਗਇਓ। ਅਸੀਂ ਸੁੱਤੇ ਹੁੰਦੇ ਹਾਂ, ਜਾ ਕੇ ਖੂਹ ਤੋਂ ਘੜਾ ਭਰ ਲਿਆਉਂਦਾ ਪਾਣੀ ਦਾ, ਪਤਾ ਨਹੀਂ ਨੂੰ ਕੀ ਹੁੰਦਾ ਹੈ। ਸਾਰੀ ਦੁਨੀਆ ਸੁੱਤੀ ਹੈ, ਇਹ ਬੈਠਾ ਹੁੰਦਾ ਘੜਾ ਭਰ ਲਿਆਉਂਦਾ ਰਾਤ 'ਤੇ ਨਹਾ ਕੇ ਬਹਿ ਜਾਂਦਾ ਹੈ। ਰਾਮ ਰਾਮ ਕਹਿਣ ਲੱਗ ਪੈਂਦਾ ਹੈ। ਦਿਨੇ ਸਾਧੂਆਂ ਕੋਲ ਬੈਠਾ ਰਹਿੰਦਾ ਹੈ, ਕੰਮ ਧੰਦਾ ਕਰਦਾ ਕੋਈ ਨਹੀਂ ਹੈ। ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਪਇਓ। ਸਾਤ ਸੂਤ ਇਨ ਮੁੰਡੀਏ ਖੋਏ। ਇਹ ਮੁੰਡਿਆ ਕਿਉਂ ਨਾ ਮੋਇਓ? ਇਹ ਮਰ ਕਿਉਂ ਨਹੀਂ ਗਿਆ ਸਾਡੇ ਘਰ 'ਚ ਬੈਠਾ ਰਾਮ ਰਾਮ ਜਪਣ ਵਾਲਾ? ਲਓ ਆਹ ਮੁਸੀਬਤ ਜੇ। ਇਹ ਮੁੰਡਿਆ ਕਿਉਂ ਨਾ ਮੋਇਓ? ਇਹ ਮਰ ਕਿਉਂ ਨਹੀਂ ਗਿਆ? ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਘੜਾ ਪਾਣੀ ਦਾ ਭਰ ਕੇ ਲਿਆਣ ਕੇ ਤੇ ਨਹਾ ਕੇ ਤੇ ਮਾਲਾ ਫੇਰ ਕੇ, ਫੇਰ ਨਹੀਂ ਤੇ ਦਿਨੇ ਸਾਧੂ ਮਹਾਤਮਾ ਕੋਲ ਜਾ ਕੇ ਬਹਿ ਜਾਣਾ। ਇਹ ਸਾਡਾ ਮੁੰਡਾ ਮਰ ਕਿਉਂ ਨਹੀਂ ਗਿਆ? ਇਹ ਜੀਂਦਾ ਕਿਉਂ ਸਾਡੇ ਸਾਹਮਣੇ? ਵੱਡੀ ਮੁਸੀਬਤ ਹੈ। ਮੁਸਲਮਾਨ ਕਹਾਵਣ ਮੁਸ਼ਕਲ, ਮੁਸੀਬਤ ਧਰਮੀ ਅਖਾਉਣਾ। ਉਹ ਫਿਰ ਇਹ ਕਬੀਰ ਵਰਗੇ ਮੁਸੀਬਤਾਂ ਝੱਲਦੇ ਹੋਏ ਧਰਮ ਕਮਾ ਗਏ ਨੇ, ਤਾਂ ਦੁਨੀਆ ਧਰਮ ਨਹੀਂ ਕਮਾਉਣ ਦਿੰਦੀ। ਉਹ ਕਹਿਣਗੇ ਤੇ ਪੁੱਠੇ ਰਾਹ ਪੈ ਗਏ ਨੇ। ਦੁਨੀਆ ਲੁੱਟ ਕੇ ਘਰ ਭਰਦੀ ਆ, ਕਬੀਰ ਆਪਣੀ ਕਿਰਤ ਬਿਰਤ ਕਰਕੇ ਤੇ ਸਾਧੂਆਂ ਨੂੰ ਖਵਾ ਦਿੰਦੇ ਨੇ। ਤੇ ਕਿੱਦਾਂ ਬਣੂਗੀ ਘਰ ਦੇ ਨਾਲ? ਮੁਸੀਬਤ ਨਹੀਂ ਤੇ ਹੋਰ ਕਬੀਰ ਵਾਸਤੇ ਤੇ ਧਰਮ ਮੁਸੀਬਤ ਬਣ ਗਿਆ। ਸੁਣੋ ਦਰਾਣੀ ਸੁਣੋ ਜਠਾਣੀ, ਅਚਰਜ ਏਕ ਪਇਓ। ਸਾਤ ਸੂਤ ਇਨ ਮੁੰਡੀਏ ਖੋਇਓ। ਇਹ ਮੁੰਡਿਆ ਕਿਉਂ ਨਾ?
ਆਪਾਂ ਉੱਥੇ ਆਈਏ ਜਿੱਥੇ ਗੱਲ ਆਰੰਭ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੌੜੀ ਕੀ ਸ਼੍ਰੀ ਰਾਗ ਦੇ ਵਾਰ ਅੰਦਰ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ, ਧਰਮੀ ਬਣਨਾ ਤੇ ਬਹੁਤ ਵੱਡੀ ਮੁਸ਼ਕਲ ਵਾ। ਜਾਂ ਹੋਵੇ ਤਾਂ ਮੁਸਲਮਾਨ ਕਹਾਵੇ, ਪਹਿਲੋਂ ਬਣੇ ਤੇ ਫੇਰ ਕਹਾਵੇ। ਅਸੀਂ ਬਣਦੇ ਨਹੀਂ, ਉੱਦਾਂ ਹੀ ਕਹਾ ਲੈਂਦੇ। ਅਸੀਂ ਬਸ ਪੱਗ ਹੋਰ ਕਿਸੇ ਢੰਗ ਦੀ ਬੰਨ੍ਹ ਲੈਂਦੇ ਜਾਂ ਕੱਪੜੇ ਹੋਰ ਕਿਸੇ ਢੰਗ ਦੇ ਪਾ ਲਏ, ਬਸ ਸਾਡਾ ਧਰਮ ਇੱਥੇ ਕਾਇਮ ਖੋ ਗਿਆ। ਉਹਨਾਂ ਨਿਸ਼ਾਨੀ ਦੱਸੀ ਧਰਮੀ ਬੰਦੇ ਦੀ ਗੁਰੂ ਨਾਨਕ ਸਾਹਿਬ ਜੀ ਨੇ। ਕਹਿੰਦੇ ਅਵਲ ਔਲ, ਅਵਲ ਔਲ ਇਹ ਦੋਵੇਂ ਸ਼ਬਦ ਅਰਬੀ ਦੇ ਨੇ। ਕਹਿੰਦੇ ਅਵਲ ਅੱਲਾਹ, ਅਵਲ ਹੈ ਨਾ, ਅਵਲ ਇੱਟਾਂ ਚਾਹੀਦੀਆਂ ਸਾਨੂੰ, ਇੱਕ ਨੰਬਰ। ਦੋਮ ਹੁੰਦੀ ਆ, ਇੱਕ ਅਵਲ ਹੁੰਦੀ ਇੱਟ। ਅਵਲ ਮਨੇ ਇੱਕ ਨੰਬਰ, ਇੱਕ। ਇਹ ਅਰਬੀ ਆ। ਅਵਲ ਔਲ ਪਹਿਲਾਂ, ਪਹਿਲਾਂ। ਅਵਲ ਔਲ ਸਭ ਤੋਂ ਪਹਿਲਾਂ। ਬੰਦੇ ਨੂੰ ਦੀਨ ਕਰ ਮਿੱਠਾ, ਧਰਮੀ ਬੰਦੇ ਦੀ ਇਹ ਨਿਸ਼ਾਨੀ ਹੋਗੀ, ਧਰਮੀ ਨੂੰ ਧਰਮ ਬੜਾ ਮਿੱਠਾ ਲੱਗਦਾ ਹੋਏਗਾ। ਜੋ ਹਿਰਦੇ 'ਚ ਚੀਜ਼ ਵਾ ਨਾ, ਉਸ ਤਰ੍ਹਾਂ ਦੀ ਬਾਹਰਲੀ ਚੀਜ਼ ਨਾਲ ਬੰਦੇ ਨੂੰ ਬੜਾ ਲਗਾਅ ਹੋਊਗਾ। ਜਿਸ ਤਰ੍ਹਾਂ ਗੁਰੂ ਕਾ ਵਾਕ ਆਉਂਦਾ ਕਿ ਹਿਰਦੇ ਕਾਮ ਕਾਮਣੀ ਮੰਗੇ। ਕਾਮੀ ਮਨੁੱਖ ਨੂੰ ਰੂਪ ਬੜਾ ਚੰਗਾ ਲੱਗਦਾ, ਇਸਤਰੀ ਬੜਾ ਚੰਗੀ ਲੱਗਦੀ ਹੈ। ਜੋ ਹਿਰਦੇ 'ਚ ਵਾ ਨਾ, ਉਹ ਚੀਜ਼ ਚੰਗੀ ਲੱਗਣੀ ਹੈ। ਹੁਣ ਹਿਰਦੇ ਵਿੱਚ ਨਸ਼ੇ ਦੀ ਲੱਤ ਵਾ, ਉਹਨੂੰ ਬਾਹਰੋਂ ਫੀਮ ਬੜੀ ਚੰਗੀ ਲੱਗਣੀ ਹੈ। ਇਹ ਕੁਦਰਤੀ ਹੈ। ਜਿਹੜੀ ਚੀਜ਼ ਹਿਰਦੇ 'ਚ ਹੋਊਗੀ ਉਹੀ ਉਸ ਨੂੰ ਚੰਗੀ ਲੱਗੂਗੀ। ਜਿਸ ਤਰ੍ਹਾਂ ਹਿਰਦਾ ਪਾਪ ਨਾ ਭਰਿਆ ਹੋਵੇ ਨਾ, ਸਭ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਕੋ ਪਿਆਰਾ। ਪਾਪੀ ਨੂੰ ਕੋ ਪਿਆਰਾ ਲੱਗਦਾ ਹੈ। ਪਾਪ ਤੇ ਬੜੀ ਬੁਰੀ ਮਾੜੀ ਚੀਜ਼ ਵਾ, ਪਰ ਪਾਪੀ ਨੂੰ ਕਿਉਂ ਪਿਆਰੀ ਲੱਗਦੀ ਆ? ਕਿਉਂ ਪਿਆਰੀ ਲੱਗਦੀ? ਉਹਦਾ ਹਿਰਦਾ ਪਾਪ ਨਾਲ ਭਰਿਆ ਹੋਇਆ। ਜੂਆ ਖੇਲਣ ਵਾਲ ਨੂੰ ਕਿੱਦਾਂ ਜੂਆ ਪਿਆਰਾ ਲੱਗਦਾ ਹੈ? ਮਾਂ ਨੂੰ ਕਿੱਦਾਂ ਪੁੱਤ ਪਿਆਰਾ ਲੱਗਦਾ? ਕਿਉਂ ਆਪਣਾ ਹੀ ਪੁੱਤ ਪਿਆਰਾ ਕਿਉਂ ਲੱਗਦਾ ਹੈ? ਆਂਢ ਗੁਆਂਢ ਦਾ ਕਿਉਂ ਬੱਚਾ ਨਹੀਂ ਪਿਆਰਾ ਲੱਗਦਾ? ਕਿਉਂਕਿ ਆਪਣੇ ਪੁੱਤ ਵਾਸਤੇ ਹਿਰਦੇ ਵਿੱਚ ਪਿਆਰ ਹੋ, ਤਾਂ ਉਹ ਚੰਗਾ ਲੱਗਦਾ ਹੈ। ਸਾਹਿਬ ਕਹਿੰਦੇ ਧਰਮੀ ਬੰਦੇ ਦੀ ਇਹ ਨਿਸ਼ਾਨੀ ਹੋਏਗੀ ਕਿ ਅਵਲ ਔਲ ਦੀਨ ਕਰ ਮਿੱਠਾ। ਉਹਨੂੰ ਦੀਨ ਧਰਮ ਬੜਾ ਹੀ ਮਿੱਠਾ ਲੱਗਦਾ ਹੋਏਗਾ। ਭਾਈ ਤਾਰੂ ਸਿੰਘ ਨੂੰ ਪੁੱਛੋ ਕਿੰਨਾ ਮਿੱਠਾ ਹੈ ਧਰਮ। ਭਾਈ ਮਨੀ ਸਿੰਘ ਜੀ ਹੋਰਾਂ ਨੂੰ ਪੁੱਛੋ ਧਰਮ ਕਿੰਨਾ ਕੁ ਮਿੱਠਾ ਵਾ। ਬਾਬਾ ਦੀਪ ਸਿੰਘ ਨੂੰ ਪੁੱਛੋ ਧਰਮ ਕਿੰਨਾ ਕੁ ਮਿੱਠਾ, ਜਿੰਨਾ ਧਰਮ ਦੀ ਖਾਤਰ ਸਭ ਕੁਝ ਛੱਡ ਦਿੱਤਾ ਤੇ ਮੁੜ ਕੇ ਆਪਾਂ ਕੁਰਬਾਨ ਵੀ ਕਰ ਦਿੱਤਾ। ਉਹਨਾਂ ਨੂੰ ਪੁੱਛੋ ਧਰਮ ਕਿੰਨਾ ਕੁ ਮਿੱਠਾ ਹੈ। ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਗੁਸਾਈ ਮੈਂਡਾ ਇਠੜਾ ਮੇਰਾ ਮਿੱਤਰ ਵਾ। ਉਹ ਜਿਹੜਾ ਗੁਸਾਈ ਆ ਨਾ, ਗੁਸਾਈ ਪ੍ਰਤਾਪ ਤੁਮਾਰਾ ਡੀਠਾ, ਉਹ ਜਿਹੜਾ ਗੁਸਾਈ ਆ ਨਾ, ਉਹ ਮੇਰਾ ਮਿੱਤਰ ਵਾ। ਅਤੇ ਮਿੱਤਰ ਬੜੇ ਮਿੱਠੇ ਲੱਗਦੇ ਨੇ, ਮਿੱਤਰ ਬੜੇ ਚੰਗੇ ਲੱਗਦੇ ਨੇ। ਕਿੰਨੇ ਗੁਰੂ ਅਰਜਨ ਦੇਵ ਨੂੰ ਪੁੱਛਿਆ ਵੀ ਤੁਹਾਨੂੰ ਉਹ ਗੁਸਾਈ ਕਿੰਨਾ ਕੁ ਮਿੱਠਾ ਲੱਗਦਾ ਹੈ? ਗੁਸਾਈ ਮੈਂਡਾ ਇਠੜਾ ਅੰਬੇ ਥਾਵੋ ਮਿੱਠੜਾ। ਮੈਨੂੰ ਉਹ ਆਪਣੀ ਮਾਂ ਅਤੇ ਪਿਓ ਨਾਲੋਂ ਵੀ ਮਿੱਠਾ ਲੱਗਦਾ ਹੈ। ਕਿਉਂ ਮਿੱਠਾ ਲੱਗਦਾ ਹੈ ਤੁਹਾਨੂੰ ਗੁਸਾਈ? ਕਿਉਂਕਿ ਗੁਸਾਈ ਦਾ ਪਿਆਰ ਮੇਰੇ ਹਿਰਦੇ ਵਿੱਚ ਹੈ। ਜਿਹੜੀ ਚੀਜ਼ ਹਿਰਦੇ 'ਚ ਹੋਗੀ ਉਸੇ ਨਾਲ ਹੀ ਪਿਆਰ ਹੋਏਗਾ। ਜਿਹੜੀ ਹਿਰਦੇ 'ਚ ਨਹੀਂ ਹੈ ਉਸ ਨਾਲ ਪਿਆਰ ਨਹੀਂ ਹੈ। ਮਾਇਆ ਨੇ ਹਿਰਦੇ ਵਿੱਚ ਘਰ ਕੀਤਾ ਹੋਇਆ ਅਤੇ ਮਾਇਆ ਬੜੀ ਚੰਗੀ ਲੱਗਦੀ ਹੈ। ਲੋਭੀਏ ਕਾ ਧਨ ਪ੍ਰਾਣ
ਲੋਭੀ ਬੰਦੇ ਦੇ ਪ੍ਰਾਣ ਤੇ ਜਾ ਸਕਦੇ ਨੇ, ਧਨ ਨਹੀਂ ਛੱਡਦਾ ਲੋਭੀ ਬੰਦਾ। ਪ੍ਰਾਣ ਤੇ ਛੱਡ ਦੂ, ਧਨ ਨਹੀਂ ਛੱਡੂ। ਕਿਉਂ? ਲੋਭੀ ਇੱਕ ਹੈ ਧਨ ਪ੍ਰਾਣ, ਉਹਦੀ ਜਿੰਦ ਜਾਨ ਬਣ ਜਾਂਦਾ ਪੈਸਾ। ਕਿਉਂ? ਹਿਰਦੇ 'ਚ ਪਿਆਰ ਹੁੰਦਾ ਪੈਸੇ ਵਾਸਤੇ, ਤਾਂ ਬਣਦਾ ਏ ਉਹ। ਗੁਰੂ ਨਾਨਕ ਸਾਹਿਬ ਕਹਿੰਦੇ ਅਵਲ ਔਲ ਦੀਨ ਕਰ ਮਿੱਠਾ, ਉਹਦੀ ਨਿਸ਼ਾਨੀ ਹੋਊਗੀ ਉਹਨੂੰ ਧਰਮ ਦਾ ਹਰ ਕਰਮ ਹੀ ਮਿੱਠਾ ਲੱਗਦਾ ਹੋਏਗਾ। ਅੰਮ੍ਰਿਤ ਵੇਲੇ ਉੱਠਣਾ ਉਹਦੇ ਵਾਸਤੇ ਇੱਕ ਬਹੁਤ ਵੱਡਾ ਚਾਅ ਹੋਏਗਾ, ਉਹਦੀ ਬੰਦਸ ਨਹੀਂ ਹੋਏਗੀ, ਉਹ ਬੱਧਾ ਚੱਟੀ ਨਹੀਂ ਭਰੇਗਾ। ਅੰਮ੍ਰਿਤ ਵੇਲੇ ਉੱਠਣ ਦਾ ਉਹਨੂੰ ਬਹੁਤ ਵੱਡਾ ਚਾਅ ਹੋਏਗਾ, ਮਿਠਾਸ ਹੋਏਗੀ ਅੰਮ੍ਰਿਤ ਵੇਲੇ ਉੱਠਣ ਦੀ ਉਹਦੇ ਹਿਰਦੇ ਵਿੱਚ। ਬੱਧਾ ਰੁੱਧਾ ਨਹੀਂ, ਅੰਮ੍ਰਿਤ ਵੇਲੇ ਉੱਠਣਾ, ਚਾਉ ਚੜ੍ਹਨਾ, ਚਾਉ ਚਾਈ ਲਈ ਪ੍ਰਾਣ, ਹਰ ਅੰਮ੍ਰਿਤ ਪਿੰਨੇ ਲੋਹਣਾ। ਉਹਨੂੰ ਬਾਣੀ ਪੜ੍ਹਨ ਦਾ, ਉੱਠਣ ਤੋਂ ਬਾਅਦ ਫਿਰ ਇਸ਼ਨਾਨ ਦਾ ਚਾਅ, ਤੇ ਫਿਰ ਬਾਣੀ ਪੜ੍ਹਨ ਦਾ ਚਾਓ। ਜਿੱਦਾਂ ਨਾ ਵਿਸਰਨਾ ਹੀ ਦਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੈਨੂੰ ਬੜਾ ਮਿੱਠਾ ਲੱਗੇ ਕੰਮ ਇਹ ਤੇਰੇ ਗੁਣ ਗਾਉਣ ਵਾਲਾ। ਇਹ ਧਰਮੀ ਬੰਦੇ ਦੀਆਂ ਨਿਸ਼ਾਨੀਆਂ ਨੇ। ਅਵਲ ਔਲ ਦੀਨ ਕਰ ਮਿੱਠਾ, ਉਹਨੂੰ ਮਿੱਠਾ ਲੱਗੇ। ਜਿੱਦਾਂ ਭਾਈ ਗੁਰਦਾਸ ਜੀ ਉਹਨਾਂ ਨੇ ਕਿਹਾ ਨਾ, ਗੁਰੂ ਕੇ ਸਿੱਖ ਨੂੰ ਕਿਹੜੀ ਚੀਜ਼ ਮਿੱਠੀ ਲੱਗਦੀ ਆ? ਭਾਈ ਗੁਰਦਾਸ ਜੀ ਉਹਨਾਂ ਲਿਖਿਆ ਹੈ, ਗੁਰ ਸੇਵਾ ਜਾਣਨ ਅਬ ਰਿੱਠਾ। ਗੁਰੂ ਦੀ ਸੇਵਾ ਬੜੀ ਮਿੱਠੀ ਆ। ਕਿਉਂ ਮਿੱਠੀ ਆ? ਗੁਰੂ ਨਾਲ ਪਿਆਰ ਵਾ। ਗੁਰੂ ਦੀ ਸੇਵਾ ਬੜੀ ਫਿੱਕੀ ਲੱਗਦੀ ਆ। ਕਿਉਂ? ਗੁਰੂ ਨਾਲ ਪਿਆਰ ਨਹੀਂ ਆ। ਤੇ ਜਦੋਂ ਧਰਮੀ ਬੰਦੇ ਦੀ ਇਹ ਨਿਸ਼ਾਨੀ ਹੋਏਗੀ, ਉਹਨੂੰ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ। ਇਹਦੇ ਵਿੱਚ ਉਹਨਾਂ ਨੇ ਧਰਮ ਦ੍ਰਿੜੋ ਪਾਪ ਤਜਾਓ, ਧਰਮ ਦ੍ਰਿੜੋ ਹਰ ਨਾਮ ਤੇ ਆਓ। ਉਹਨੂੰ ਹਰ ਧਰਮ ਦੀ ਹਰ ਚੀਜ਼ ਪਿਆਰੀ। ਪਹਿਲੀ ਤੇ ਨਿਸ਼ਾਨੀ ਹੁੰਦੀ ਇਹ, ਅਵਲ ਔਲ ਦੀਨ ਕਰ ਮਿੱਠਾ। ਤੇ ਦੂਸਰੀ ਨਿਸ਼ਾਨੀ, ਮਸਕਲ ਮਾਨਾ ਮਾਲ ਮੁਸਾਵੇ। ਨਹੀਂ, ਪਹਿਲ ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ। ਮਸਕਲ ਕਹਿੰਦੇ ਨੇ ਰੇਗਮਲ ਨੂੰ। ਜਿੱਦਾਂ ਇੱਕ ਰੇਗਮਲ ਲੋਹੇ ਨੂੰ ਜੰਗਾਲ ਲੱਗ ਜੇ ਤੇ ਉਹਦੇ ਉੱਤੇ ਫਿਰ ਰੇਗਮਲ ਮਾਰ ਦਿੱਤੀ ਜਾਂਦੀ। ਰੇਗਮਲ ਮਾਰ ਕੇ ਉਹਨੂੰ ਐਂ ਲਿਸ਼ਕਾ ਦਿੱਤਾ ਜਾਂਦਾ, ਜਿਸ ਤਰ੍ਹਾਂ ਨਿਹੰਗ ਸਿੰਘ ਬਾਟੇ ਨੂੰ ਮਾਂਜ ਕੇ ਲਿਸ਼ਕਾ ਦਿੰਦੇ ਆ ਨਾ। ਕਹਿਆ ਮਾਂਜਦੇ ਜਾਓ ਤੇ ਅੰਦਰੋਂ ਕਾਲਖ ਨਿਕਲਦੀ ਆ, ਲੋਹੇ ਨੂੰ ਮਾਂਜਦੇ ਜਾਓ ਤੇ ਅੰਦਰੋਂ ਸੁੱਧ ਹੁੰਦਾ ਜਾਂਦਾ ਹੈ, ਸਾਫ਼ ਹੁੰਦਾ ਜਾਂਦਾ ਹੈ। ਉਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ। ਕਹਿ ਲਾਂਗੇ ਜਿਸ ਤਰ੍ਹਾਂ ਇੱਕ ਰੇਗਮਲ ਲੋਹੇ ਨੂੰ ਚਮਕਾਉਂਦੀ ਹੈ ਨਾ, ਤੇ ਜਿਹੜਾ ਧਰਮੀ ਬੰਦਾ ਹੈ ਨਾ, ਜਦੋਂ ਉਹ ਦਾਨ ਦਿੰਦਾ ਹੈ ਆਪਣੀ ਕਿਰਤ ਕਮਾਈ ਵਿੱਚੋਂ, ਉਹਦਾ ਫਿਰ ਅੰਦਰ ਚਮਕ ਜਾਂਦਾ, ਅੰਦਰੋਂ ਪਾਪ ਖਤਮ ਹੋ ਜਾਂਦੇ ਨੇ। ਮਸਕਲ ਮਾਨਾ ਮਾਲ ਮਸਾਵੈ। ਮਾਲ ਧਨ ਦੌਲਤ ਮਸਾਵੇ, ਲੁਟਾ ਦੇਵੇ, ਗਰੀਬ ਗੁਰਬਾਂ ਨੂੰ ਦੇਵੇ। ਇਹ ਦੂਸਰੀ ਨਿਸ਼ਾਨੀ। ਇਹ ਪਹਿਲੀ ਨਿਸ਼ਾਨੀ ਤੇ ਉਹਨੂੰ ਧਰਮ ਦਾ ਹਰ ਕਰਮ ਮਿੱਠਾ ਲੱਗੇ, ਧਰਮ ਹੀ ਮਿੱਠਾ ਲੱਗੇ। ਦੂਸਰੀ ਨਿਸ਼ਾਨੀ ਉਹ ਮਸਕਲ ਮਾਨਾ ਮਾਲ ਮਸਾਵੇ, ਧਨ ਦੌਲਤ ਵੀ ਉਹ ਵੰਡ ਦੇਵੇ। ਇਹ ਕੰਮ ਆਪਾਂ ਕਿੱਥੋਂ ਕਰ ਲਾਂਗੇ ਹੁਣ? ਅਸੀਂ ਧਰਮੀ ਕਿਸ ਤਰ੍ਹਾਂ ਬਣ ਕੇ ਬੈਠੇ ਹੋਏ ਆ? ਪੱਗਾਂ ਰਾਹੀਂ, ਕੱਪੜਿਆਂ ਰਾਹੀਂ। ਇਹ ਸਾਡਾ ਧਰਮ ਹੈ? ਨਹੀਂ, ਧਰਮ ਤੇ ਕੋਈ ਹੋਰ ਵਾ। ਹੋਏ ਮੁਸਲਮਾਨ ਹੋਏ ਮੁਸਲਮ ਦੀਨ ਮੁਹਾਣੇ। ਧਰਮੀ ਬੰਦਾ, ਸਾਹਿਬ ਕਹਿੰਦੇ ਧਰਮੀ ਬੰਦੇ ਦੀ ਤੀਸਰੀ ਨਿਸ਼ਾਨੀ ਇਹ ਹੈ ਕਿ ਉਹ ਧਰਮ ਤੋਂ ਬਾਹਰ ਨਹੀਂ ਜਾਏਗਾ, ਕੁਝ ਵੀ ਹੋ ਜਾਵੇ।
ਭਗਤ ਨਾਮਦੇਵ ਜੀ ਮਾਈ ਨੇ ਆਖਿਆ ਵੀ ਤੂੰ ਰਾਮ ਰਾਮ ਕੀ ਰਾਮ ਰਾਮ ਛੋੜ ਭੱਜੇ ਖੁਦਾਏ। ਕਹਿਣ ਲੱਗੇ ਤੇ ਧਰਮ ਤੋਂ ਬਾਹਰ ਦਾ ਰਾਹ ਹੋ ਗਿਆ, ਤੂੰ ਮੈਨੂੰ ਕਹਿੰਦੀ ਹੈ ਕਿ ਛੋੜ ਰਾਮ ਕੀ ਨਾ ਭੱਜੇ ਖੁਦਾਏ। ਮੈਂ ਤੇ ਰਾਮ ਰਾਮ ਨਹੀਂ ਭੱਜੂੰਗਾ, ਮੇਰਾ ਧਰਮ ਹੈ, ਮੇਰਾ ਅਸੂਲ ਹੈ। ਤੇ ਜੇ ਹਾਂ ਮੈਂ ਇਹ ਤੇ ਕਹਿ ਸਕਦਾ ਹੈ ਕਿ ਤੂੰ ਮੇਰੀ ਮਾਂ ਨਹੀਂ ਹੈ, ਪਰ ਤੂੰ ਮੈਨੂੰ ਇਹ ਆਖੇ ਕਿ ਤੂੰ ਰਾਮ ਰਾਮ ਨਾ ਕਹਿ, ਇਹ ਨਹੀਂ ਹੋਣਾ। ਕਿਉਂ? ਹੋਏ ਮੁਸਲਮ ਦੀਨ ਮੁਹਾਣੇ, ਮੁਹਾਣੇ ਦੀਨ, ਦੀਨ ਮੈਨੇ ਧਰਮ, ਮੁਹਾਣੇ ਮੈਨੇ ਉਹਦੀ ਅਗਵਾਈ 'ਚ ਚੱਲਣਾ, ਸਾਰੀ ਜ਼ਿੰਦਗੀ ਆਖਰੀ ਦਮ ਤੱਕ ਧਰਮ ਦੇ ਅਸੂਲਾਂ 'ਤੇ ਚੱਲਣਾ। ਇਹ ਤੀਸਰੀ ਨਿਸ਼ਾਨੀ ਉਸ ਧਰਮੀ ਬੰਦੇ ਦੀ। ਤੇ ਚੌਥੀ ਨਿਸ਼ਾਨੀ, ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਕੁਝ ਵੀ ਹੋ ਗਿਆ ਹੈ, ਅਗਰ ਉਹ ਤੇਰਾ ਕੀਆ ਮੀਠਾ ਲਾਗੇ ਹੋ ਗਿਆ, ਉਹਦੀ ਵਸਤਾ ਤੇਰਾ ਭਾਣਾ ਸਭ ਕੁਛ ਹੋ ਗਿਆ ਹੈ, ਤੇ ਕੁਝ ਵੀ ਦੁੱਖ ਸੁੱਖ ਕੁਝ ਵੀ ਹੋ ਗਿਆ ਜ਼ਿੰਦਗੀ 'ਚ, ਸਾਹਿਬ ਕਹਿੰਦੇ ਜੇ ਤੇ ਉਹ ਮਿੱਠਾ ਕਰਕੇ ਮੰਨ ਲਵੇ ਬੰਦਾ, ਤੇ ਸਮਝ ਲੈਣਾ ਉਹ ਬੰਦਾ ਧਰਮੀ ਆ। ਜਿੱਦਾਂ ਗੁਰੂ ਅਰਜਨ ਦੇਵ ਕਿਹਾ ਤੇਰਾ ਕੀਆ ਮੀਠਾ ਲਾਗੇ, ਤੱਤੀ ਤਵੀ ਮਿੱਠੀ ਆ। ਇਹ ਆ ਨਿਸ਼ਾਨੀ, ਚੌਥੀ ਨਿਸ਼ਾਨੀ, ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਕਰਤਾ ਮੰਨੇ, ਮੰਨੇ ਧਰਮ ਸਿਧੀ ਸੰਬੰਧਾ। ਕਰਤਾ ਮੰਨੇ, ਤੇ ਕਰਤੇ ਨੂੰ ਤਾਂ ਹੀ ਕੋਈ ਮੰਨੇਗਾ, ਉਹਦੇ ਨਾਮ ਨੂੰ ਪਹਿਲੋਂ ਮੰਨੇ। ਸਿੱਧਾ ਕਰਤਾ ਥੋੜ੍ਹਾ ਕੋ ਮੰਨਿਆ ਜਾਂਦਾ ਹੈ, ਉਹਦੇ ਨਾਮ ਨੂੰ ਮੰਨੇ। ਕਰਤਾ ਮੰਨੇ ਆਪ ਗਵਾਵੇ। ਤੇ ਆਖਰੀ ਨਿਸ਼ਾਨੀ, ਪੰਜਵੀਂ ਨਿਸ਼ਾਨੀ ਕਿਹੜੀ ਹੁੰਦੀ ਧਰਮ ਦੀ? ਤੋ ਨਾਨਕ ਸਰਬ ਜੀਆਂ ਮਹਿ ਰਹਿਮਤ ਹੋਵੇ। ਸਾਰਿਆਂ ਜੀਆਂ ਉੱਤੇ ਰਹਿਮਤ ਕਰਦਾ ਹੋਵੇ। ਇਹ ਨਹੀਂ ਕਿ ਆਪਣੇ ਸਵਾਦ ਵਾਸਤੇ ਉਹ ਜੀ ਵੱਢ ਵੱਢ ਟੁਕ ਟੁਕ ਕੇ ਖਾਂਦਾ ਹੋਵੇ। ਜਿੱਦਾਂ ਕਹਿੰਦੇ ਨਾ, 8 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਹਨੇ ਜੀ ਉੱਤੇ ਦਇਆ ਕਰ ਦਿੱਤੀ ਆ, ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ ਹੈ। ਲੋਕੀ ਧਰਮ ਦਾ ਆਸਰਾ ਲੈ ਕੇ ਪਾਪ ਕਰਦੇ ਨੇ ਤੇ ਕਹਿੰਦੇ ਅਸੀਂ ਪੁੰਨ ਕਰਦੇ ਹਾਂ। ਇੱਕ ਕਹਿੰਦਾ ਅਸੀਂ ਬੱਕਰੇ ਨੂੰ ਜ਼ਿਬਾ ਕਰਦੇ ਹਾਂ, ਸਹਿਜੇ ਸਹਿਜੇ ਵੱਢਦੇ ਹਾਂ, ਇਹ ਧਰਮ ਵਾ। ਦੂਸਰਾ ਕਹਿੰਦਾ ਅਸੀਂ ਝਟਕੇ ਨਾਲ ਵੱਢ ਦਿੰਦੇ ਹਾਂ, ਇਹ ਵੀ ਧਰਮ ਵਾ। ਤੇ ਜਿਹਨੂੰ ਵੱਢਦੇ ਹੋ ਕਦੀ ਉਹਨੂੰ ਵੀ ਪੁੱਛੋ ਤੈਨੂੰ ਕਿਹੜਾ ਚੰਗਾ ਲੱਗਦਾ ਹੈ? ਝਟਕੇ ਵਾਲਾ ਚੰਗਾ ਲੱਗਦਾ ਤੈਨੂੰ ਕਿ ਤੈਨੂੰ ਜ਼ਿਬਾ ਵਾਲਾ? ਉਹ ਕਹਿਣ ਲੱਗਾ ਬੱਕਰਾ ਤਾਂ ਕਹੂਗਾ ਮੈਨੂੰ ਤਾਂ ਕੋਈ ਵੀ ਨਹੀਂ ਚੰਗਾ ਲੱਗਦਾ ਇਹਨਾਂ ਦੋਵਾਂ 'ਚੋਂ। ਇਹ ਤਾਂ ਇਹਨਾਂ ਦੀਆਂ ਆਪਣੀਆਂ ਹੀ ਖਾਣ ਦੀਆਂ ਇੱਕ ਬਹਾਨੇ ਦੀਆਂ, ਇਹਨਾਂ ਨੇ ਤਾਂ ਮੈਨੂੰ ਖਾਣ ਦੇ ਬਹਾਨੇ ਲੱਭੇ ਹੋਏ ਨੇ ਕਿ ਝਟਕਾ ਪ੍ਰਵਾਨ ਆ, ਇੱਕ ਕਹਿੰਦਾ ਜ਼ਿਬਾ ਪ੍ਰਵਾਨ। ਇਹਨੇ ਤਾਂ ਬਹਾਨੇ ਲੱਭੇ ਹੋਏ ਨੇ ਮੈਨੂੰ ਖਾਣ ਦੇ। ਤੋ ਨਾਨਕ ਸਰਬ ਜੀਆਂ ਮਹਿ ਰਹਿਮਤ। ਜਿਹੜਾ ਸਾਰਿਆਂ ਜੀਆਂ ਉੱਤੇ ਰਹਿਮਤ ਕਰਦਾ ਹੋਵੇ, ਤੇ ਸਾਰਿਆਂ ਜੀਆਂ ਉੱਤੇ ਕੇਵਲ ਧਰਮੀ ਬੰਦਾ ਰਹਿਮਤ ਕਰ ਸਕਦਾ ਹੈ। ਧੌਲ ਧਰਮ ਦਇਆ ਕਾ ਪੂਤ। ਧਰਮ ਤੇ ਦਇਆ, ਦਇਆ ਤੋਂ ਬਿਨਾਂ ਧਰਮ ਨਹੀਂ ਆ ਸਕਦਾ। ਜਿੱਥੇ ਧਰਮ ਹੋਊਗਾ ਉੱਥੇ ਦਇਆ ਹੋਊਗੀ, ਜਿੱਥੇ ਦਇਆ ਹੋਊਗੀ ਉੱਥੇ ਸਾਰਿਆਂ 'ਤੇ ਰਹਿਮਤ ਹੋਊਗੀ। ਜਿੱਦਾਂ ਕੋਈ ਮਹਾਂਪੁਰਖਾਂ ਦੀਆਂ ਕੋਈ ਗਊਆਂ ਚੋਰੀ ਕਰਕੇ ਲੈ ਗਏ ਅਤੇ ਵਛੜੇ ਉੱਥੇ ਰਹਿ ਗਏ, ਅਤੇ ਮਹਾਂਪੁਰਖਾਂ ਨੂੰ ਪਤਾ ਸੀ ਕਿੱਥੇ ਗਈਆਂ ਚੋਰੀ ਹੋ ਕੇ ਗਊਆਂ। ਮਹਾਂਪੁਰਖ ਕਹਿੰਦੇ ਵਛੜਿਆਂ ਨੂੰ ਖੋਲ੍ਹੋ ਅਤੇ ਭਾਈ ਉਹਨਾਂ ਚੋਰਾਂ ਨੂੰ ਦੇ ਆਓ, ਇਹ ਮਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਆਪਣੀ ਤੋਂ। ਇਹ ਰੋਂਦੇ ਨੇ। ਇਹ ਹੁੰਦਾ ਦਇਆ। ਉਹ ਸੇਵਕਾਂ ਨੇ ਬਛੜੇ ਖੋਲ੍ਹੇ ਅਤੇ ਜਿਨ੍ਹਾਂ ਦੇ ਘਰ ਗਾਈਆਂ ਗਈਆਂ ਸੀ ਉਹਨਾਂ ਨੂੰ ਦੇ ਆਏ ਵੀ ਮਹਾਂਪੁਰਖ ਕਹਿੰਦੇ ਆ ਵੀ ਲਓ ਭਾਈ। ਇਹ ਹੁੰਦੇ ਸੀ ਸਾਧ। ਕੋਈ ਬੰਦੂਕਾਂ ਨਹੀਂ ਰੱਖਦੇ ਡੇਰਿਆਂ 'ਚ। ਜਿਸ ਡੇਰੇ 'ਚ ਬੰਦੂਕਾਂ ਸਮਝ ਲੈਣਾ ਇੱਥੇ ਕੋਈ ਬਦਮਾਸ਼ ਰਹਿੰਦਾ ਹੈ। ਸਾਧਾਂ ਨੂੰ ਕੀ ਬੰਦੂਕਾਂ ਦੀ ਲੋੜ ਪੈ ਗਈ ਹੈ। ਇਹ ਹੁੰਦੇ ਸੀ ਸਾਧ। ਜਦੋਂ ਗਊਆਂ ਬਛੜੇ ਦੇਣ ਗਏ, ਲੈ ਲਓ ਭਾਈ ਇਹ ਬੱਚੇ ਨੇ ਮਾਂ ਤੋਂ ਬਿਨਾਂ ਰਹਿ ਨਹੀਂ ਸਕਦੇ।
ਉਹ ਮਹਾਂਪੁਰਖਾਂ ਦੀ ਸ਼ਰਨ ਆਣ ਕੇ ਪੈ ਗਏ, ਨਾਲੇ ਗਾਈਆਂ ਵਾਪਸ ਕਰ ਗਏ, ਨਾਲੇ ਬਛੜੇ। ਇਹ ਹੁੰਦਾ ਸਾਧ ਦੀ ਨਿਸ਼ਾਨੀ, ਧਰਮੀ ਦੀ ਨਿਸ਼ਾਨੀ।